ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਸਿੱਖ ਇਤਿਹਾਸ ਵਿੱਚ 3 ਨਾਨਕੀਆਂ ਦਾ ਜ਼ਿਕਰ ਆਉਂਦਾ ਹੈ, ਬੇਬੇ ਨਾਨਕੀ, ਮਾਤਾ ਨਾਨਕੀ ਅਤੇ ਬੀਬੀ ਨਾਨਕੀ। ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਦੀ ਭੈਣ, ਮਾਤਾ ਨਾਨਕੀ ਨਾਵੇਂ ਪਾਤਸ਼ਾਹ ਦੇ ਮਾਤਾ ਜੀ ਅਤੇ ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਧੀ ਕੰਵਰ ਨੌਨਿਹਾਲ ਸਿੰਘ ਦੇ ਘਰ ਵਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰਿਆਂ ਨੂੰ ਇਹ ਹੈ ਬੀਬੀ ਨਾਨਕੀ। ਤਾਂ 3 ਨਾਨਕੀਆਂ ਦਾ ਜ਼ਿਕਰ ਆਉਂਦਾ ਹੈ। ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਚਪਨ ਦੇ ਵਿੱਚ ਨੇ ਤੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ। ਸਿਆਲ ਦੇ ਦਿਨ ਸਨ ਤੇ ਕੋਈ ਬੱਚਾ ਤਨ ਤੋਂ ਨੰਗਾ ਵੇਖਿਆ, ਜਿਹੜਾ ਕੋਈ ਸਵੈਟਰ ਕੋਟੀ ਆਪ ਪਾਇਆ ਸੀ ਲਾ ਕੇ ਉਹਨੂੰ ਦੇ ਦਿੱਤਾ। ਕਿਸੇ ਦਾ ਤਨ ਨੰਗਾ ਨਹੀਂ ਵੇਖ ਸਕਦੇ। 6ਵੇਂ ਪਾਤਸ਼ਾਹ ਨੇ ਬਚਨ ਕੀਤੇ, ਅੱਜ ਇਹਨਾਂ ਨੇ ਕਿਸੇ ਦਾ ਤਨ ਢੱਕਿਆ ਹੈ। ਇੱਕ ਦਿਨ ਉਹ ਆਏਗਾ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੁਸਤਾਨ ਦੀ ਪੱਤ ਨੂੰ ਢੱਕਣਗੇ ਔਰ ਜਿਹਦਾ ਕੋਈ ਮੁਕਾਬਲਾ, ਕੋਈ ਸਾਹਮਣਾ ਨਹੀਂ ਕਰਦਾ, ਆਪਣੀ ਕੁਰਬਾਨੀ ਦੇ ਕੇ ਤੇ ਹਿੰਦੂ ਮਤ ਨੂੰ ਬਚਾਉਣਗੇ। ਉਸ ਤੋਂ ਉਪਰੰਤ ਬਾਬਾ ਸੂਰਜਮਲ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਦੂਜੇ ਭਰਾ ਨੇ। ਬਾਬਾ ਸੂਰਜਮਲ ਜੀ ਦੇ ਆਨੰਦ ਕਾਰਜ ਹੁੰਦੇ ਨੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ। ਬਾਬਾ ਸੂਰਜਮਲ ਦੀ ਬਰਾਤੇ ਗਏ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਰਾਤੇ ਗਿਆ ਰਿਸ਼ਤਾ ਹੋ ਗਿਆ। ਇਧਰੋਂ ਇਹ ਭਰਾ ਦੀ ਬਰਾਤੇ ਗਏ ਨੇ, ਦੂਜੇ ਪਾਸਿਓਂ ਕੁੜੀ ਵਾਲੇ ਪਰਿਵਾਰ ਦੇ ਰਿਸ਼ਤੇਦਾਰ ਨੇ ਬਿਸ਼ਨ ਕੌਰ ਤੇ ਲਾਲ ਚੰਦ, ਮਾਤਾ ਗੁਜਰੀ ਜੀ ਦੇ ਮਾਤਾ ਪਿਤਾ। ਜਿਸ ਵਕਤ ਬਿਸ਼ਨ ਕੌਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਵੇਖਿਆ ਤੇ ਵੇਖ ਕੇ ਆਪਣੇ ਪਤੀ ਭਾਈ ਲਾਲ ਚੰਦ ਨੂੰ ਕਹਿੰਦੀ ਹੈ ਆਪਣੀ ਗੁਜਰੀ ਵਰਯੋਗ ਹੋਈ ਹੈ ਤੇ ਗੁਰੂ ਘਰ ਵਰਗਾ ਘਰ ਨਹੀਂ ਲੱਭਣਾ, ਤੇ ਮੈਂ ਕਹਿੰਦੀ ਹਾਂ ਆਪਾਂ ਗੁਜਰੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਕਰ ਦਈਏ। ਭਾਈ ਲਾਲ ਚੰਦ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਆਉਂਦੇ ਨੇ, ਆ ਕੇ ਸਾਰੀ ਗੱਲਬਾਤ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਗੱਲ ਕਰਦੇ ਨੇ। ਤਾਂ ਇਸ ਤਰ੍ਹਾਂ ਬਾਬਾ ਸੂਰਜਮਲ ਦੀ ਬਰਾਤੇ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਰਿਸ਼ਤਾ ਹੁੰਦਾ ਹੈ। ਸੂਰਜਮਲ ਬੜਵਾ ਪਰ ਆਸ਼ੇ, ਤੇਗ ਬਹਾਦਰ ਸ਼ੋਭਤ ਪਾਸ਼ੇ। ਕਹਿੰਦੇ ਜਦੋਂ ਵਿਆਹ ਤੇ ਗਏ ਨਾ ਤੇ ਅੱਗੇ ਉਹ ਘੋੜੀ ਹੈ ਜਿਹਦੇ ਉੱਤੇ ਬਾਬਾ ਸੂਰਜਮਲ ਜੀ ਨੇ, ਮਗਰ ਜਿਹੜੀ ਘੋੜੀ ਹੈ ਉਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੂਰਜਮਲ ਸ਼੍ਰੀ ਤੇਗ ਬਹਾਦਰ ਸੇਵੈ ਦਾਸ ਬ੍ਰਿੰਦ ਟਿਗ ਸਾਦਰ। ਤੇ ਬਹੁਤ ਸਾਰੇ ਸਿੱਖ ਸੇਵਕ ਨਾਲ ਨੇ ਜਿਹੜੇ ਸੇਵਾ ਦੇ ਵਿੱਚ ਹਾਜ਼ਰ ਨੇ। ਬਹੁ ਬਾਲਕ ਹੈ ਜਿਨਕੇ ਸੰਗੇ ਸੂਰਜਮਲ ਸੁੰਦਰ ਸਰਬੰਗੇ। ਔਰ ਬਹੁਤ ਸਾਰੇ ਬੱਚੇ ਵੀ ਬਰਾਤ ਦੇ ਵਿੱਚ ਗਏ ਨੇ। ਬੈਲਗ ਮੈਂ ਸ਼੍ਰੀ ਤੇਗ ਬਹਾਦਰ ਪੱਠੇ ਬੁਲਾਏ ਸਦਨ ਮੈਂ ਸਾਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਉਮਰ ਅਜੇ ਘੱਟ ਹੈ। ਲਾਲ ਚੰਦ ਇੱਕ ਖੱਤਰੀ ਤਹਾਂ ਤਿਸੀ ਮੇਲ ਮੈਂ ਮੇਲੀ ਆਹਾ। ਜਿਹੜਾ ਕੁੜੀ ਵਾਲਾ ਪਰਿਵਾਰ ਜਦੋਂ ਬਰਾਤੇ ਗਏ ਉਸ ਮੇਲ ਦੇ ਵਿੱਚ ਨਾ ਇੱਕ ਮੇਲੀ ਆਇਆ ਜਿਹਦਾ ਨਾਂ ਲਾਲ ਚੰਦ ਹੈ, ਭਾਵ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਹੁਰਾ ਪਿਤਾ। ਬਿਸ਼ਨ ਕੌਰ ਤਿਸਕੇ ਦਾਰਾ ਰੂਪਵੰਤੀ ਜੇ ਭਾਗੋ ਦਾਰਾ। ਤੇ ਬਿਸ਼ਨ ਕੌਰ ਉਹਦੇ ਘਰ ਵਾਲੀ ਹੈ। ਗਣਤਰੀਅਨ ਮੈਂ ਬੈਠੀ ਤਹਾਂ 3 ਗੁਰੂ ਤੇਗ ਬਹਾਦਰ ਲਾਹਾ। ਤੇ ਉਹ ਜਿੱਥੇ ਬੀਬੀਆਂ ਬੈਠੀਆਂ ਨੇ ਨਾ, ਬੀਬੀਆਂ ਦੇ ਵਿੱਚ ਬਿਸ਼ਨ ਕੌਰ ਬੈਠੀ ਹੈ ਤੇ ਬੈਠੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਵੇਖਿਆ ਤੇ ਵੇਖ ਕੇ ਫਿਰ ਭਾਈ ਲਾਲ ਚੰਦ ਨੂੰ ਸਾਰੀ ਗੱਲ ਕਹਿੰਦੀ ਹੈ। ਤੇ ਭਾਈ ਲਾਲ ਚੰਦ ਫਿਰ ਭਾਈ ਗੁਰਦਾਸ ਜੀ ਨਾਲ ਰਿਸ਼ਤੇ ਬਾਰੇ ਗੱਲ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਗੱਲ ਕਰਦੇ ਨੇ। ਇਸ ਤਰ੍ਹਾਂ ਬਾਬੇ ਸੂਰਜਮਲ ਦੀ ਬਰਾਤੇ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਰਿਸ਼ਤਾ ਹੋ ਜਾਂਦਾ ਹੈ ਮਾਤਾ ਗੁਜਰੀ ਜੀ ਨਾਲ। ਬਾਬਾ ਸੂਰਜਮਲ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਭਰਾ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਨੇ। ਇਹ ਬਾਬਾ ਸੂਰਜਮਲ ਜੀ ਜਿਨ੍ਹਾਂ ਦਾ ਅਗਾ ਪੁੱਤਰ ਹੁੰਦਾ ਹੈ ਦੀਪ ਚੰਦ। ਇਹਨਾਂ ਦੇ ਪੁੱਤਰ ਦਾ ਨਾਂ ਸੀ ਦੀਪ ਚੰਦ। ਤੇ ਦੀਪ ਚੰਦ ਦੇ ਘਰ ਫਿਰ 2 ਪੁੱਤਰ ਪੈਦਾ ਹੁੰਦੇ ਨੇ, ਗੁਲਾਬ ਰਾਏ ਅਤੇ ਸ਼ਾਮ ਚੰਦ। ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦੀ ਪਹੁਲ ਦਿੱਤੀ, ਜਿਹੜੇ ਖੰਡੇ ਦੇ ਨਾਲ ਪਤਾਸੇ ਘੋਲੇ ਅੰਮ੍ਰਿਤ ਤਿਆਰ ਕੀਤਾ ਸੀ, ਉਹ ਖੰਡਾ ਫਿਰ ਸ਼ਾਮ ਚੰਦ ਨੂੰ ਦੇ ਕੇ ਅੰਮ੍ਰਿਤ ਛਕਾ ਕੇ ਤੇ ਭਾਈ ਸ਼ਾਮ ਸਿੰਘ ਕਰ ਦਿੱਤਾ ਸੀ।
ਕਹਿਣ ਤੋਂ ਭਾਵ ਕਿ ਉਹ ਖੰਡਾ ਬਾਬੇ ਸੂਰਜਮਲ ਦੇ ਪੋਤਰੇ ਨੂੰ ਬਖਸ਼ਿਆ ਸੀ। ਹੁਣ ਸਮਾਂ ਆਪਣੀ ਚਲੇ ਚੱਲਦਾ ਤੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਨੰਦ ਕਾਰਜਾਂ ਦੀ ਤਿਆਰੀ ਹੁੰਦੀ ਹੈ। ਔਰ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੇ ਮਾਤਾ ਗੁਜਰੀ ਜੀ ਦੇ ਆਨੰਦ ਕਾਰਜ ਹੋਏ, ਇਤਿਹਾਸ ਦੇ ਬਚਨ ਨੇ ਧਨ ਬੰਤਾਲੇ ਪਰਿਵਾਰਾ ਚਲ ਆਏ ਪੁਰ ਕਰਤਾਰਾ ਸ਼੍ਰੀ ਤੇਗ ਬਹਾਦਰ ਭਏ ਸੁਸਰਾਲ ਦੁਆਰ ਲਗ ਆਏ ਇੱਕ ਤਨੁਜਾ ਮੈਂ ਹਿਤ ਸੇਵਾ ਅਰਪਣ ਕੀਨੰ ਗੁਰਦੇਵਾ। ਜਦੋਂ ਆਨੰਦ ਕਾਰਜ ਹੋ ਗਿਆ ਤੇ ਮਾਤਾ ਗੁਜਰੀ ਜੀ ਦੇ ਮਾਤਾ ਜੀ ਮਾਤਾ ਬਿਸ਼ਨ ਕੌਰ ਜੀ ਮਾਤਾ ਗੁਜਰੀ ਜੀ ਨੂੰ ਲੈ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਗਏ ਤੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਸਾਡੇ ਕੋਲ ਧੀ ਸੀ ਤੇ ਮੈਂ ਤੁਹਾਡੇ ਘਰ ਦੀ ਸੇਵਾ ਵਿੱਚ ਅਰਪਣ ਕਰ ਦਿੱਤੀ ਹੈ। ਕਹਿਣ ਤੋਂ ਭਾਵ ਕਿ ਮੈਂ ਹੋਰ ਕੁਛ ਨਹੀਂ ਦੇ ਸਕਦੀ। ਇੱਥੇ ਉਹ ਲੋਕ ਧਿਆਨ ਦੇਣ ਜਿਹੜੇ ਦਾਜ ਦੇਜ ਦੇ ਬਦਲੇ ਧੀਆਂ ਭੈਣਾਂ ਨੂੰ ਤੰਗ ਕਰਦੇ ਨੇ ਤੇ ਕਹਿੰਦੇ ਨੇ ਵੀ ਤੂੰ ਗੱਡੀ ਵੱਡੀ ਨਹੀਂ ਲਿਆਈ, ਛੋਟੀ ਕਿਉਂ ਲਿਆਈ ਹੈ, ਸਾਨੂੰ ਆਹ ਕੁਝ ਚਾਹੀਦਾ ਸੀ, ਇੰਨਾ ਸਮਾਨ ਚਾਹੀਦਾ ਸੀ, ਇੰਨਾ ਸੋਨਾ ਚਾਹੀਦਾ ਸੀ, ਆਹ ਮੋਟਰਸਾਈਕਲਾਂ ਚਾਹੀਦੀਆਂ ਸਨ, ਆਹ ਮਿਲਣੀਆਂ ਹੋਣੀਆਂ ਚਾਹੀਦੀਆਂ ਸਨ। ਜਿਹੜਾ ਸਿੱਖ ਉਹਨੂੰ ਇਹ ਗੱਲਾਂ ਨਹੀਂ ਸ਼ੋਭਦੀਆਂ ਔਰ ਇਹਨਾਂ ਗੱਲਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ। ਸਾਡਾ ਇਤਿਹਾਸ ਕੀ ਕਹਿੰਦਾ ਹੈ? ਕਹਿੰਦੇ ਜਿਸ ਵਕਤ ਮਾਤਾ ਬਿਸ਼ਨ ਕੌਰ ਜੀ ਆਏ ਤੇ ਉਹਨਾਂ ਨੇ ਕਿਹਾ ਵੀ ਇੱਕ ਤਨੁਜਾ ਮੈਂ ਹਿਤ ਸੇਵਾ ਅਰਪਣ ਕੀਨੰ ਗੁਰਦੇਵਾ ਲੈ ਬਿਸ਼ਨ ਕੁਇਰ ਸੰਗਦਾਰਾ ਹੋਏ ਦੀਨ ਸੋ ਬਾਕੂ ਚਾਰਾ ਸੁਨ ਸਤਿਗੁਰ ਭੈ ਕਿਰਪਾਲਾ ਤੁਮ ਦੀਨੋ ਸਕਲ ਵਿਸਾਲਾ ਜਿਨ ਤਨੁਜਾ ਅਰਪਣ ਕੀਨੰ ਤਿਨ ਪਾਛੇ ਕਿਆ ਰੱਖ ਲੀਨੰ। ਜਦੋਂ ਉਹਨੇ ਕਿਹਾ ਨਾ ਮਹਾਰਾਜ ਜੀ ਮੇਰੇ ਕੋਲ ਧੀ ਸੀ ਤੇ ਤੁਹਾਡੇ ਘਰ ਦੀ ਸੇਵਾ ਵਿੱਚ ਅਰਪਣ ਕਰ ਦਿੱਤੀ ਹੈ, ਤੇ ਮਹਾਰਾਜ ਨੇ ਬਚਨ ਕੀਤੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜਿਹਨੇ ਧੀ ਸਾਡੇ ਘਰ ਘੱਲ ਦਿੱਤੀ ਉਹਨੇ ਬਾਕੀ ਕੀ ਰੱਖ ਲਿਆ, ਉਹਨੇ ਸਾਰਾ ਕੁਛ ਹੀ ਦੇ ਦਿੱਤਾ ਹੈ। ਜਿਨ ਤਨੁਜਾ ਅਰਪਣ ਕੀਨੰ ਤਿਨ ਪਾਛੇ ਕਿਆ ਰੱਖ ਲੀਨੰ। ਇਸ ਲਈ ਇਹ ਸਾਡਾ ਇਤਿਹਾਸ ਹੈ। ਔਰ ਦਾਜ ਦਹੇਜ ਲੈਣ ਦੇਣ ਦੇ ਕੰਮ ਦੇ ਵਿੱਚ ਸਭ ਤੋਂ ਵੱਧ ਬੰਦਿਆਂ ਨਾਲੋਂ ਵੱਧ ਬੀਬੀਆਂ ਦਾ ਯੋਗਦਾਨ ਹੈ। ਜਿੰਨੀਆਂ ਲਿਸਟਾਂ ਬਣ ਕੇ ਜਾਂਦੀਆਂ ਨੇ ਬੀਬੀਆਂ ਬਣਾ ਕੇ ਘੱਲਦੀਆਂ ਨੇ ਵੀ ਆਹ ਕੁਝ ਚਾਹੀਦਾ, ਆਹ ਚਾਹੀਦਾ। ਔਰ ਇਸ ਸਿੱਖ ਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ। ਇਸ ਲਈ ਇਹਨਾਂ ਕੰਮਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ। ਮਹਾਰਾਜ ਘਰੋਂ ਦਾ ਤੇ ਪੂਰੀ ਪੈਂਦੀ ਹੈ। ਤਾਂ ਇੱਥੇ ਜੋ ਰੋਹ ਵਿਚਾਰ ਜਿਹੜੀ ਬੇਨਤੀ ਮੈਂ ਕਰ ਰਿਹਾ ਸਾਂ, ਮਹਾਰਾਜ ਨੇ ਬਚਨ ਕੀਤੇ ਵੀ ਜਿਹਨੇ ਧੀ ਸਾਡੇ ਘਰ ਘੱਲ ਦਿੱਤੀ ਹੈ ਉਹਨੇ ਪਿੱਛੇ ਕੀ ਰੱਖ ਲਿਆ ਹੈ। ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਹੁੰਦੇ ਨੇ, ਸਮਾਂ ਆਪਣੀ ਚਾਲੇ ਚੱਲਦਾ, ਕਰਤਾਰਪੁਰ ਸਾਹਿਬ ਦੀ ਜੰਗ ਹੁੰਦੀ ਹੈ। ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਉਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਨੂੰ ਗੁਰਤਾਂ ਗੱਦੀ ਦੇ ਕੇ ਅਤੇ ਇਹ ਬਚਨ ਕਰਦੇ ਨੇ, ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਹਮਰੀ ਜਨਨੀ ਕੇਰ ਸਥਾਨ ਨਾਮ ਬਿਕਾਲਾ ਗ੍ਰਾਮ ਸੁਜਾਨ ਤਹਾਂ ਬਾਸਵ ਕਰੋ ਸੁਖਾਰੇ ਸਮਾਂ ਉਡੀਕਤ ਜਥਾ ਉਚਾਰੇ। ਮਾਤਾ ਗੰਗਾ ਜੀ ਦਾ ਜਿਹੜਾ ਪੇਕਾ ਨਗਰ ਹੈ ਉਹ ਸੀ ਬਾਬਾ ਬਕਾਲਾ। ਬਚਨ ਕੀਤੇ ਕਿ ਅਸੀਂ ਹੁਣ ਪ੍ਰਭੂ ਪਿਆਨਾ ਕਰਨ ਲੱਗਿਆ ਤੇ ਤੁਸੀਂ ਬਕਾਲੇ ਚਲੇ ਜਾਓ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੋਤੀ ਜੋਤ ਸਮੂੰਦੇ ਨੇ ਸਤਵੇਂ ਪਾਤਸ਼ਾਹ ਨੂੰ ਗੁਰਤਾਂ ਗੱਦੀ ਦੇ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਹੁਣ ਬਾਬੇ ਬਕਾਲੇ ਚਲੇ ਗਏ। ਇੱਥੇ ਬਾਬੇ ਬਕਾਲੇ ਦੀ ਧਰਤੀ ਤੇ ਹੀ ਮਾਤਾ ਗੰਗਾ ਜੀ ਨੇ 12 ਜੂਨ 1628 ਨੂੰ ਸਰੀਰ ਤਿਆਗਿਆ ਸੀ। ਇੱਥੇ ਹੀ ਛੀਏ ਮਸੰਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੇ ਗੋਲੀ ਚਲਵਾਈ ਸੀ। ਅਸਲ ਦੇ ਵਿੱਚ ਜਿਹੜਾ ਬਾਬੇ ਬਕਾਲੇ ਦਾ ਨਾਂ ਹੈ ਉਹ ਨਾਂ ਸੀ ਬਕਵਾਲਾ। ਬਕਵਾਲੇ ਤੋਂ ਬਕਾਲਾ ਨਾਂ ਇਸ ਤਰ੍ਹਾਂ ਪਿਆ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਪ੍ਰਭੂ ਪਿਆਨਾ ਕਰਦੇ ਨੇ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜੀ ਤੁਹਾਡੇ ਤੋਂ ਬਾਅਦ ਗੁਰੂ ਕੌਣ ਹੋਣਗੇ? ਤੇ ਮਹਾਰਾਜ ਨੇ ਬਚਨ ਕੀਤੇ ਸਨ, ਬਾਬਾ ਬਸੈ ਗ੍ਰਾਮ ਬਕਾਲੇ ਬਨ ਗੁਰੂ ਸੰਗਤ ਸਕਲ ਸੰਭਾਲੇ। ਕਿ ਸਾਡੇ ਤੋਂ ਬਾਅਦ ਬਾਬਾ ਕਹਿਣ ਤੋਂ ਭਾਵ ਕਿ ਦਾਦਾ ਜੀ ਗੁਰੂ ਹੋਣਗੇ ਤੇ ਜਿਹੜੇ ਬਕਾਲੇ ਵਿੱਚ ਨੇ। ਹੁਣ ਬਾਬੇ ਦਾ ਭਾਵ ਸੀ ਦਾਦਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪਿਤਾ ਗੁਰੂ ਹਰ ਰਾਏ ਜੀ, ਦਾਦਾ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਭਰਾ ਨੇ ਤੇ ਫਿਰ ਦਾਦੇ ਦਾ ਭਰਾ ਵੀ ਦਾਦਾ ਲੱਗਾ। ਤਾਂ ਇਸ ਤਰ੍ਹਾਂ ਜਿਹੜਾ ਪਹਿਲਾ ਨਾਂ ਬਕਵਾਲਾ ਸੀ, ਬਕਵਾਲੇ ਤੋਂ ਨਾਂ ਫਿਰ ਜਦੋਂ 8ਵੇਂ ਪਾਤਸ਼ਾਹ ਨੇ ਬਚਨ ਕੀਤੇ ਨਾਂ ਬਾਬਾ ਬਕਾਲਾ ਹੋ ਗਿਆ। ਹੁਣ ਮਹਾਰਾਜ ਜੀ ਬਾਬੇ ਬਕਾਲੇ ਦੀ ਧਰਤੀ ਤੇ ਨੇ।
गुरु तेग बहादुर साहब जी। इस समय दौरान इत्थे भाई मक्खन शाह आउंदा है। भाई मक्खन शाह जदों आया, क्योंकि उहदा बेड़ा सतगुरां पार कीता सी, ते उहने आके की वेख्या भी इत्थे ते 22 मंजियां ला के बैठे ने, 22 गुरु बन के बह गए ने। जिस वक्त वेख्या 22 गुरु बन के बह गए ने, वो 5-5 मोहरां रखदा है कि जिहड़ा असली ते सच्चा होया आपे मैनू कह देगा भी तू ते 500 मोहर कही सी ते रखण 5 मोहरां दियां। वो सारिਆਂ ਨੂੰ 5-5 मोहरां रख के मत्था टेकदा रहा, किसी ने कुछ ना किया। जिस वक्त उदास जिहा हो गया भी इन्हां दे विच असली ते सच्चा कोई भी नहीं, वापस मुड़दे ने किसी नूं पुछया भी कोई होर भी है कि जिहड़े ये 22 बैठे ने ये ही ने। फिर किसी ने गुरु तेग बहादुर साहब जी महाराज जी का नाम लिया। भाई मक्खन शाह आउंदा ते भाई मक्खन शाह ने आके उही तरीका वरत्या, 5 मोहरां रखियां। गुरु तेग बहादुर साहब जी महाराज जी ने बचन कीते, भाई ये बाबे नानक दा घर है, तेरियां मोहरां दे सिर ते कम ते इत्थे नहीं खड़ा, पर उस वक्त तू की कहंदा सैं ते हुण तू 5 मोहरां रख के की कर रहा है। तो भाई मक्खन शाह लबाणे ने फिर उत्थे होका दिता, गुरु लादो रे, गुरु लादो रे। इस तरह सतगुरु गुरु तेग बहादुर साहब जी महाराज जी प्रगट होए। जिहड़ा भाई मक्खन शाह सी ये खानदानी शाह सन, बड़े वपारी सन, और इन्हां दे वडेरा सी बाबा सौण जी, ते बाबे सौण जी ने गुरु नानक देव जी दे दर्शन कीते सन। जिवें भाई मक्खन शाह जी इन्हां दा पिता है दासा शाह, ते दासे शाह दा पिता है अरबा, अरबे दा पिता है बिन्ना, ते बिन्ने दा पिता है बहोड़ू, ते बहोड़ू दे पिता जी ने बाबा सौण जी। ते भाई मक्खन शाह दे 3 पुत्र सन, खुशहाल चंद, चंद लाल अते लाल चंद। तां बाबे सौण जी ने गुरु नानक देव जी दे दर्शन कीते सन, और ये शुरू तो लैके शाह सन, वपारी सन। तो इस तरह भाई मक्खन शाह आउंदा ते एक दिन बेनती करता है, कहंदे महाराज जी आपां अमृतसर चलीए। गुरु तेग बहादुर साहब जी नूं बेनती करदा है भाई मक्खन शाह। जिस वक्त गुरु तेग बहादुर साहब जी महाराज जी अमृतसर गए तो मसंदा ने बूहे बंद कर ले सन कि गुरु तेग बहादुर साहब जी इत्थे आ गए ने। और उस वक्त जिन्हां दा प्रबंध सी वो सी बाबे प्रिथी दा पोतरा हर जी, बाबा प्रिथी चंद ओदा पुत्र मेहरवान, ते मेहरवान दा गा पुत्र सी हर जी, ते हर जी दा गा पुत्र सी चतुरभुज। हर जीरा ने बूहे मार लैके नामे पातशाह आ गए ने, मते संगत सारी इन्हां नाल ना हो जाए किते। ते महाराज ने बचन कीते सन, नह मसंद तुम अमृतसरिए, तृष्णा अगन ते अंतर जरिए। कि तुसी ते अंदरों तृष्णा ते ईरखा दी अग विच सड़े पए हो, अंबरसरियो तुसी कादे मसंद हो। जदों महाराज गए ते उन्हां ने बूहे बंद कर लै सन। तां इस प्रकार गुरु तेग बहादुर साहब जी महाराज सच्चे पातशाह भाई मक्खन शाह दे नाल गए, और थड़ा साहब स्थान है। फिर महाराज जिथों बाहरों ही नमस्कार करके आ गए सन। फिर महाराज जी कीरतपुर साहब वाल आउंदे ने, ते जदों कीरतपुर साहब वाल आए तां इत्थे फिर बख्शिशां हुंदियां ने। आनंदपुर साहब वसदा है, चक नानकी वसदा है। आनंदपुर साहब दा पहला नाम सी चक नानकी। जदों गुरु हरगोबिंद साहब जी महाराज जी ने ग्वालियर दे किले विचों 52 कैदी राजे मुक्त कराए, बाहर कढे सन। उन्हां 52 कैदी राजियां विचों एक राजा सी राजा दीप चंद, ते दीप चंद दे घर वाली सी राणी चंपा। ते राणी चंपा गुरु घर ते बड़ा भरोसा ते प्यार शरधा रखदी सी। उन्हें बेनती की, महाराज जी इत्थे साडे नगर, साडे कोल पहाड़ियां विच कोई नगर वसाओ। फिर महाराज ने किरपा की, जिहड़ा चक नानके आनंदपुर साहब फिर इस तरह वसदा है, ते इत्थे गुरु साहब फिर बख्शिशां करदे ने। और यही आनंदपुर साहब की पावन धरती है, जिथे 25 मई 1675 के दिन 16 कश्मीरी ब्राह्मणों का एक जथा आके फरियादी हुंदा है, महाराज जी किरपा करो। औरंगजेब रोज दे सवा मण जनेऊ लांदा है, ते कहंदा मैं कोई हिंदू इत्थे रहन नहीं देना। इन्हां दा जिहड़ा मुखी सी वो सी पंडित किरपा राम, ब्राह्मण किरपा राम। किरपा राम दे पिता का नाम सी अडूराम, अडूराम दे पिता का नाम सी नारायण दास, नारायण दास के पिता का नाम सी ब्रह्मदास, ते ब्रह्मदास के पिता का नाम सी ठाकुर दास। इस तरह इत्थे आके ब्राह्मण फरियादी हुंदे ने, ते की कहिंदे ने, एक आसरा आप गुसाई, गहो बाह डूबो सब जाई, रखो अब हिंदुन की टेका, नह त जग में रह न एका।
महाराज जी हिंदुआं नूं हुण तुहाडा ही आसरा है। गुरु तेग बहादुर साहब जी कृपा राम आके कहंदा हिंदुआं नूं तुहाडा ही आसरा है। औरंगजेब ते कहंदा मैं कोई हिंदू इत्थे रहन नहीं देना। जे कश्मीर आदि गण देश होए हिंदुन पर जुलम विशेष ते कश्मीर दे विच साडे हिंदुआं ते बड़े जुलम हो रहे ने। करे उतारण सर्व जनेऊ तोल सवा मन होयस तेऊ। ये इतिहास दे वचन ने। कहंदे ने सवा मन जनेऊ तोल के लांदा है। तिस दिन तुरक पए हैं सारे हिंदुन हाहाकार उचारे। ते साडे विच ते हाहाकार मचीए साडी कोई बांह फड़न वाला नहीं। सूबा ते ठा अफरन शेर शेर अफगान खां उत्थों दा सूबा सी उत्थों दा मुखी सी। करत हुकम सो सगरे जेर ते ताकत नाल अपना हुक्म मनाउंदा है। हिंदुन पर बहु बल को पायो चाहत सब को धर्म नसायो। ते कहंदा मैं तुहाडा धर्म रहन ही नहीं देना। हुण कश्मीर दे विच ब्राह्मणां नूं क्यों तंग कीता गया जनेऊ लाए गए उहदा कारण यह सी भी ब्राह्मण हिंदू मत का प्रचारक है। उन्हें प्रचार करना है ते जेकर जिहदे प्रचारक तुसी अपने वल कर लो उन्हां दा धर्म बदल दिओ उन्हां ते जुल्म करो उन्हां नूं सच ना बोलन दिओ। जिन्हां प्रचारकां जिहड़ी कौम दे प्रचारकां नूं तुसी अपने वल कर लिया अगां उन्हां लोकां नूं अपने वल करना बड़ा आसान हो जाएगा क्योंकि प्रचारकां ने फिर प्रचार ही उवें दा करना है दूजियां ने आपे उस पासे आ जाना है। यही कारण सी कि हिंदुस्तान दे विच कश्मीर दे जिहड़े ब्राह्मण सन उन्हां ते ही सब कुछ क्यों किया गया क्योंकि वो प्रचारक सन। जेकर इन्हां नूं अपने वल कर लिया जांदा है ते आम लोग ते इन्हां दे पिछे ही ने ना वो अपने साडे वल आ जाणगे। तां हुण इत्थे कश्मीरी ब्राह्मण आके फरियादी हुंदे ने महाराज जी हुण सानूं तुहाडा ही आसरा है ते किरपा करो। ते महाराज ने बचन कीते सन बांह जिन्हां दी पकड़िया सिर दीजे बांह न छोड़िया। तेग बहादुर बोलिया धर पईया धर्म न छोड़िया। जाओ जाके कह दिओ गुरु तेग बहादुर साहब जी साडा गुरु है ओहदा धर्म तुसी तब्दील कर लो। जे वो मन जाए तो फिर असी सारे ही धर्म जिहड़ा तुहाडा अपना लवांगे। तां गुरु तेग बहादुर साहब जी महाराज जी सच्चे पातशाह जी हुण कुर्बानी दे लई जांदे ने। धन कलगीधर पातशाह गुरु गोबिंद सिंह जी महाराज जी जदों किरपा राम रा ने कहा भी किसी करनी वाले का शीश लगेगा तो महाराज ने कहा सी पिता जी तुहाडे तो वध करनी वाला होर कौन हो सकता है। कोई भी ऐसा नहीं जड़ा कहे मेरे सिर तो पिता का साया उठ जाए। धन कलगीधर पातशाह कोई पिता करके महान है कोई बच्चियां करके महान है कोई माँ करके महान है कोई अपने आप करके महान है कोई दादे करके महान है कोई किसी एक करके महान हुंदा है। कलगीधर पातशाह गुरु गोबिंद सिंह जी महाराज जी तुसी पड़दादे करके महान पड़दादा गुरु अर्जन देव जी तत्ती तवी दा शहीद तुसी दादे करके महान दादा गुरु हरगोबिंद साहब जी मेरी पीरी दा मालक तुसी पिता करके महान पिता गुरु तेग बहादुर साहब जी चांदनी चौक दे शहीद तुसी अपने आप करके महान आप सरबंस दानी तुसी साहिबजादियां करके महान जे पुत्र ने पुत्रा करके महान पुत्र भी शहीद जे माता है तो माता गुजरी जी माता करके भी महान माता जी भी शहीद जे आप हो तो आप सरबंस दानी। इसलिए अल्लाह यार खां जोगी कहंदा बेमिसलो बेनज़ीर तू सतगुरु हमारा है। बेमिसलो बेनज़ीर नज़ीर कहंदे मिसाल दे के गल करनी। जिमें कोई कह दे भी किसी कपड़े की गल करे तो कह दिता जाए भी कपड़ा दुध वर्गा चिट्टा है आ चीज़ तवे वर्गी काली है। दुध का नाम लैके चीज़ बारे दस दिता तवे का नाम लैके किसी की कालख बारे दस दिता। कलगीधर पातशाह जी तुहाडी मिसाल ही दुनिया ते कोई नहीं। किवें कहिए जिवें फलाना बंदा सब कुछ कर गया एवं कलगीधर पातशाह ने किया फलाना तो कोई है ही नहीं तुहाडी मिसाल भी होर कोई नहीं है। तो इनू कहंदे बेनज़ीर। कलगीधर पातशाह ने बचन किए महाराज जी पिता जी जे तुहाडे शीश दित्तिया इन्हां दा धर्म बचदा है तो तुहाडे तो वध करने वाला होर कौन हो सकता है। तो किरपा राम फिर बेनती करदा है हाथ जोड़ कहो किरपा राम दत्त ब्राह्मण मटन ग्राम हमरो बल अभरेव न काई है तेग बहादुर राई गज को बंधन काटन हारे तुम गुरु नानक के अवतारे। महाराज जी तुसी ते सारियां दे बंधन जिवें कटदे हो ते हुण साडे ते किरपा करो। गुरु तेग बहादुर साहब जी महाराज सच्चे पातशाह जी ने दिल्ली जाण तो पहला
कलगीधर पातशाह गुरु गोबिंद सिंह जी महाराज जी नूं गुरता गद्दी दित्ती। गुरियाई बख्श के भाई मती दास, भाई सती दास, भाई दयाला जी गुरु के प्यारे। इस तरह फिर महाराज जी हुण दिल्ली नूं चल पैणे। भाई दयाला जी 12 भरा सन, 12 विचों 11 शहीद ने। ये भाई मणी सिंह जी दे भरा ने, और जिहड़ा भाई बचित्र सिंह नागनी बरछी वाला वो भाई मणी सिंह दा पुत्र है। इस तरह ये परिवारां दे परिवार शहीदां दे परिवार ने और गुरु के प्यार वाले ने। जदों कलगीधर पातशाह उच्च दे पीर बन के जांदे ने ते आलमगीर दी धरती ते जिन्हां ने घोड़ा भेंट कीता सी भाई नगाइया जी, वो भाई नगाइया जी भाई दयाला जी दे भरा ने। भाई मती दास जी ये गुरु घर दे लखारी सन। नावें पातशाह जो बचन करदे सन, भाई मती सिंह जी फारसी दे विच उन्हां बचनां नूं लिख लैंदे सन। 3 नवंबर सन 1675 नूं दिल्ली पहुंच गया ते काजी सी अब्दुल वाहब उन्हें फतवा जारी कर दिता। यही गल्लां सन, करामत विखाओ, साडा धर्म है जिहड़ा उहनूं अपनाओ ते या फिर मौत है। जदों औरंगजेब सवाल जवाब करदा है तां गुरु तेग बहादुर साहब जी महाराज जी ने बचन कीते कि जे प्रभ चाह तां हिंदू न जन्मै, तुर्क जन्मी है निस दिन मैं। भाई जेकर तू कहना मैं हिंदू रहन ही नहीं कोई देना, भी सारियां नूं तुर्क ही बनाउणा है, ते जे गुरु नूं परमेश्वर नूं परमात्मा नूं ये गल चंगी लगे तो फिर हिंदू जम्मण ही ना। हिंदू जमदे ही क्यों ने, भी सारे तुर्क ही जमण। जे तू कहना मैं तुर्क ही बनाने ने, हिंदू रहन ही नहीं कोई देना, ते ये गल रब नूं ते चंगी नहीं लगदी, परमेश्वर नूं ते चंगी नहीं लगदी। जे परमेश्वर नूं मंजूर होए तो फिर जम्मण ही तुर्क। तो इस तरह सवाल जवाब हुंदे ने। और औरंगजेब ने कहा सी महाराज जी ना बुत परस्त तुसी हो ते ना बुत परस्त असीं हां, तां इन्हां नूं मैं खत्म करना है। तो महाराज ने कहा सी, जदों ने कहा ना पहले जामे दे विच ते जनेऊ पैंदा सी ते पाया नहीं गुरु नानक देव जी महाराज जी, ते हुण लैंदा ते लैण नहीं देंदे। तो महाराज ने बचन कीते सन, औरंगजेब उदों धक्के नाल पैंदा सी ते धक्के नाल पाया नहीं, हुण धक्के नाल लैंदा ते धक्के नाल लैण नहीं देना। गुरु तेग बहादुर साहब जी महाराज जी तिलक ते जंजू की राखी दे वास्ते महाराज जी ने कुर्बानी दी, शहीदी दी। और वेखो अज दे समय दे विच कई बार कोई सिखां दे बारे जदों इस तरह बोलदा है ते इस तरह लगदा है कि उन्हां नूं गुरु तेग बहादुर साहब जी की शहीदी भुल गई। और पिछे जी किसी गुरु के प्यारे का ये बयान सी, वो कहते जिहड़े जनेऊ ने ना जनेऊ गल पाए ने, मैनू एवें लगता है भी ये जनेऊ नहीं गुरु तेग बहादुर साहब जी दियां आंदरां पाईयां ने, क्योंकि जनेऊ की राखी उन्हां कीती सी। महाराज जी ने राखी कीती ते औरंगजेब ते कहंदा सी हिंदू रह ना भूमै कहू, ये निश्चा हमरे दृढ़ होऊ। मैं अपना माने पक्का बना लिया भी इस धरती ते मैं कोई हिंदू नहीं रहन देना। और गुरु तेग बहादुर साहब जी महाराज जी ने रखिया की। गुरुद्वारा सीसगंज साहिब जिथे आप जी दर्शन करते हो, इत्थे कहंदे बोड़ दा दरखत सी ते एक खूह सी। महाराज ने फिर शहीदी तो पहला इत्थे इशनान किया। सतगुरु गुरु तेग बहादुर साहब जी नूं एक पिंजरे विच बंद कर दिता गया ते वो पिंजरा इस तरह बनिया सी, जे साह भी खिंच के लईए तो पिंजरे दे सूए चुभदे हुंदे सन, चंगी तरह साह भी नहीं सी लिया जांदा। भाई मती दास, भाई सती दास, भाई दयाला जी इन्हां गुरु के प्यारियां नूं चांदनी चौंक दे विच शहीद किया गया। और चांदनी चौंक विच शहीद करन दा कारण यह सी, उन्हां टाइमां विच जिन्हें दिल्ली तो बाहर आउणा उन्हें भी चांदनी चौंक विचों लंघ के आउणा हुंदा सी, जिन्हें जाना ते उन्हें भी लंघ के जाना है। चांदनी चौंक मेन राह सी, मेन रस्ता यह सी। जिहड़ा कोई लंघे साडा डर, साडी हुकूमत की दहशत उहदे मन विच बह जावे कि जिन्हें हुकूमत के खिलाफ आवाज़ चुके, जिवें गुरु तेग बहादुर साहब जी दे नाल कीता जा रहा उहदे नाल भी इस तरह कीता जाएगा। ये कारण सी भी चांदनी चौंक मेन राह है ते इत्थे फिर इस तरह शहीद किया जाए। इत्थे खूह ते साहब ने इशनान किया, बोड़ दा दरख्त सी ते महाराज नूं फिर पिंजरे दे विच कैद किया गया, बंद किया गया। संग मुलाने बैन बखाने, कहो शाह को नाहिन माने, लो पिंजरे मैं पी पायो, नहीं त्रास कछ मन में लियायो।
ਪਿੰਜਰੇ ਵਿੱਚ ਬੰਦ ਕਰਨ ਤੋਂ ਬਾਅਦ ਔਰੰਗਜ਼ੇਬ ਪੁੱਛਦਾ ਹੈ ਆਪਣੇ ਅਹਿਲਕਾਰਾਂ ਨੂੰ ਵੀ ਕੋਈ ਡਰੇ ਨੇ ਕਿ ਨਹੀਂ, ਤੇ ਅਹਿਲਕਾਰ ਦੱਸਦੇ ਨੇ ਨਹੀਂ ਬਾਦਸ਼ਾਹ ਸਲਾਮਤ, ਪਿੰਜਰੇ ਵਿੱਚ ਬੰਦ ਕਰਨ ਤੋਂ ਬਾਅਦ ਵੀ ਕੋਈ ਭੈ ਨਹੀਂ, ਕੋਈ ਡਰ ਨਹੀਂ। ਤੇ ਜਿੱਥੇ ਵੀ ਕੋਈ ਸੁਣਦਾ ਹੈ, ਲੋਕ ਹਜ਼ਾਰਨ ਸੁਣ ਆਏ, ਦੂਰ ਦੂਰ ਸਭ ਬਰਜ ਹਟਾਏ। ਲੋਕੀ ਦੂਰੋਂ ਦੂਰੋਂ ਵੇਖਣ ਆਉਂਦੇ ਨੇ। ਵੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂਆਂ ਨੂੰ ਬਚਾਉਣ ਦੇ ਲਈ ਆਪਣੀ ਕੁਰਬਾਨੀ ਦੇਣ ਲਈ ਆਏ ਨੇ। ਸਤਿਗੁਰਾਂ ਨੂੰ ਪਿੰਜਰੇ ਵਿੱਚ ਕੈਦ ਕੀਤਾ ਗਿਆ ਹੈ ਤੇ ਪਿੰਜਰੇ ਦੇ ਸੂਹੇ ਬੜੇ ਤਿੱਖੇ ਨੇ। ਜਿਹੜਾ ਵੀ ਕੋਈ ਸੁਣਦਾ ਹੈ ਉਹ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਉਂਦਾ ਹੈ ਤੇ ਹਕੂਮਤ ਉਹਨਾਂ ਨੂੰ ਪਿਛਾਂ ਹਟਾਉਂਦੀ ਹੈ। ਤਾਂ ਬਹੁਤ ਸਾਰੇ ਲੋਕ ਸਤਿਗੁਰਾਂ ਦੇ ਦਰਸ਼ਨਾਂ ਨੂੰ ਇੱਥੇ ਆ ਰਹੇ ਨੇ। ਜਿਨੇ ਫਤਵਾ ਜਾਰੀ ਕੀਤਾ ਕਾਜੀ ਸੀ ਅਬਦੁਲ ਵਾਹਬ, ਜਿਨੇ ਸ਼ਹੀਦ ਕੀਤਾ ਜਲਾਦ ਸੀ ਜਲਾਲੁਦੀਨ, ਤੇ ਜਿਹੜਾ ਦਰੋਗਾ ਸੀ ਉਹ ਦਰੋਗਾ ਸੀ ਅਬਦੁੱਲਾ। ਤਾਂ ਇਸ ਤਰ੍ਹਾਂ ਮਹਾਰਾਜ ਨੇ ਇਸ਼ਨਾਨ ਕੀਤਾ ਤੇ ਫਿਰ ਜਪਜੀ ਸਾਹਿਬ ਦਾ ਮਹਾਰਾਜ ਜੀ ਪਾਠ ਕਰਦੇ ਨੇ। ਜਪਜੀ ਪਾਠ ਕਰਨ ਪੁਨ ਲਾਗੇ, ਬੈਠੇ ਹੋਤੇ ਬ੍ਰਿਸ਼ ਤਿਸ ਆਗੇ। ਤੇ ਉਹ ਜਿਹੜਾ ਬੋੜ ਦਾ ਰੁੱਖ ਹੈ ਉੱਥੇ ਸਤਿਗੁਰੂ ਉਹਦੇ ਥੱਲੇ ਬੈਠੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਫਿਰ ਸਤਿਗੁਰਾਂ ਦੀ ਸ਼ਹੀਦੀ ਹੁੰਦੀ ਹੈ। ਸ਼ਹੀਦੀ ਤੋਂ ਪਹਿਲਾਂ ਇਤਿਹਾਸਕਾਰਾਂ ਦੀ ਭਾਵਨਾ ਹੈ, ਜੋ ਕਵੀਆਂ ਦੀ ਉਹਨਾਂ ਦੇ ਬੋਲ ਨੇ ਭਈ ਜਲਾਦ ਜਿਵੇਂ ਕਿਰਪਾਨ ਲੈ ਕੇ ਤੇ ਇਸ ਤਰ੍ਹਾਂ ਚੁਫੇਰੇ ਘੁੰਮਦਾ ਹੋਏ ਕਿ ਵੇਖ ਕੇ ਡਰ ਜਾਣਗੇ। ਤੇ ਜਿਵੇਂ ਮਹਾਰਾਜ ਬਚਨ ਕਰਦੇ ਹੁਣ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਸ਼ਾਮ ਮਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ। ਵੇਖ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਸੈਂਕੜੇ ਲਏਗੀ ਖੋਹ ਤੇਗਾਂ। ਕਿ ਮੈਨੂੰ ਇਹ ਜਿਹੜੀ ਤੇਗ ਹੈ ਇਹ ਤਲਵਾਰ ਇਹ ਡਰਾ ਨਹੀਂ ਸਕਦੀ। ਤਾਂ ਅਖੀਰ ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਭਇਓ ਜੈ 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 ਸੁਰ ਲੋਕ। ਇੱਥੇ ਹਾਹਾਕਾਰ ਹੋ ਗਈ, ਉਸ ਲੋਕ ਦੇ ਵਿੱਚ ਜੈ ਜੈਕਾਰ ਹੋ ਗਈ। ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸ਼ਹੀਦ ਹੁੰਦੇ ਨੇ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹਿਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਵੱਡਾ ਸਾਕਾ ਜਿਹੜਾ ਇੱਥੇ ਵਰਤਾਇਆ ਤੇ ਹਿੰਦੂਆਂ ਦੀ ਰੱਖਿਆ ਕੀਤੀ। ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਤੇ ਸੀਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਆਏ। ਇਹ ਪਹਿਲੀ ਵਾਰ ਹੋਇਆ ਹੈ ਕਿ ਧੜ ਦਾ ਸੰਸਕਾਰ ਕਿਤੇ ਹੋਇਆ ਹੋਏ ਤੇ ਸੀਸ ਦਾ ਸੰਸਕਾਰ ਕਿਤੇ ਹੋਇਆ ਹੋਏ। ਧੜ ਦਾ ਸੰਸਕਾਰ ਦਿੱਲੀ ਦੇ ਵਿੱਚ ਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੇ ਵਿੱਚ। ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਨੇ। ਜਿਹੜੇ ਭਾਈ ਜੈਤਾ ਜੀ ਨੇ ਇਹਨਾਂ ਦੇ ਬਜ਼ੁਰਗ ਬਾਬਾ ਬੁੱਢਾ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣੇ ਸਨ। ਉਹਨਾਂ ਨੇ ਸਿੱਖੀ ਧਾਰਨ ਕੀਤੀ ਸੀ। ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਨੇ ਤੇ ਜਿੱਥੇ ਤਰਾਵੜੀ ਹੁਣ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ, ਇਹ ਗੁਰੂ ਘਰ ਕਦੀ ਭਾਈ ਦੇਵਾ ਰਾਮ ਧੋਬੀ ਦਾ ਘਰ ਹੁੰਦਾ ਸੀ। ਤੇ ਮਹਾਰਾਜ ਜਦੋਂ ਨਵੇਂ ਪਾਤਸ਼ਾਹ ਦਿੱਲੀ ਨੂੰ ਗਏ ਨਾ ਤੇ ਭਾਈ ਦੇਵਾ ਰਾਮ ਗੁਰੂ ਕਾ ਸਿੱਖ ਸੀ। ਉਹਨਾਂ ਬੇਨਤੀ ਕੀਤੀ ਮਹਾਰਾਜ ਜੀ ਚਰਨ ਪਾਓ ਸਾਡੇ ਘਰ ਆਓ। ਤੇ ਮਹਾਰਾਜ ਨੇ ਬਚਨ ਕੀਤੇ ਭਾਈ ਸਿੱਖਾ ਜਾਂਦੇ ਹੋਏ ਤੇਰੇ ਘਰ ਜ਼ਰੂਰ ਆਵਾਂਗੇ। ਹੁਣ ਭਾਈ ਜੈਤਾ ਜੀ ਸੀਸ ਲੈ ਕੇ ਜਾ ਰਹੇ ਨੇ ਤੇ ਇੱਥੋਂ ਸਰਸਵਤੀ ਉਹਨਾਂ ਸਮਿਆਂ ਵਿੱਚ ਵਹਿੰਦੀ ਹੁੰਦੀ ਸੀ। ਧੋਬੀ ਕੱਪੜੇ ਧੋਂਦਾ ਹੈ ਤੇ ਭਾਈ ਦੇਵਾ ਰਾਮ ਨੇ ਉਹ ਟੋਕਰੀ ਰੱਖੀ ਸੀਸ ਵਾਲੀ ਤੇ ਪਾਣੀ ਪੀਂਦਾ ਹੈ। ਪਾਣੀ ਪੀਂਦਾ ਤੇ ਨਾਲੇ ਅੱਖਾਂ ਚੋਂ ਨੇਤਰਾਂ ਚੋਂ ਨੀਰ। ਤੇ ਦੇਵਾ ਰਾਮ ਨੇ ਵੇਖਿਆ ਧੋਬੀ ਨੇ ਵੀ ਸਾਹਮਣੇ ਜਿਹੜਾ ਹੈ ਨਾ ਨਾਲੇ ਪਾਣੀ ਪੀਂਦਾ ਤੇ ਨਾਲੇ ਉਹ ਇਸ ਤਰ੍ਹਾਂ ਵੀ ਜਿਵੇਂ ਰੋਂਦਾ ਹੈ। ਪੁੱਛਿਆ ਵੀ ਤੈਨੂੰ ਕੀ ਗੱਲ ਹੈ, ਕੌਣ ਹੈ ਤੂੰ? ਤਾਂ ਕਹਿੰਦੇ ਮੈਂ ਮਹਾਰਾਜ ਦਾ ਸਿੱਖ ਹਾਂ। ਭਾਈ ਦੇਵਾ ਰਾਮ ਜੀ ਕਹਿੰਦੇ ਮੈਂ ਵੀ ਗੁਰੂ ਕਾ ਸਿੱਖ ਹਾਂ। ਜੇ ਤੂੰ ਦਿੱਲੀ ਤੋਂ ਆਇਆ ਤੇ ਤੈਨੂੰ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕੋਈ ਗੱਲ ਕੋਈ ਖਬਰ ਸੁਣੀ ਹੋਏ? ਮਹਾਰਾਜ ਗਏ ਸਨ ਤੇ ਜਾਂਦੇ ਮੈਨੂੰ ਬਚਨ ਕਰ ਗਏ ਨੇ ਕਿ ਵਾਪਸੀ ਜਾਂਦੇ ਤੇਰੇ ਘਰ ਜ਼ਰੂਰ ਆਵਾਂਗੇ। ਤੇ ਜਿਹੜਾ ਭਾਈ ਦੇਵਾ ਰਾਮ ਸੀ ਨਾ ਕਹਿੰਦੇ ਚੱਲ ਤੇਰਾ ਘਰ ਕਿੱਥੇ? ਜੋ ਭੋਰਾ ਸਾਹਿਬ ਸਥਾਨ ਹੈ ਉੱਥੇ ਆ ਗਏ। ਜਦੋਂ ਉੱਥੇ ਆਏ ਟੋਕਰੀ ਲਿਆ ਕੇ ਰੱਖੀ। ਭਾਈ ਜੈਤਾ ਜੀ ਉਹਦੀਆਂ
ਤਹਿਆਂ ਚੁੱਕਦੇ ਨੇ ਕੱਪੜੇ ਦੀਆਂ, ਜਿਹਦੇ ਵਿੱਚ ਸੀਸ ਲਪੇਟਿਆ ਹੋਇਆ ਸੀ। ਜਦੋਂ ਮਹਾਰਾਜ ਦੇ ਸੀਸ ਤੇ ਭਾਈ ਦੇਵਾ ਰਾਮ ਨੇ ਦਰਸ਼ਨ ਕੀਤੇ, ਉਹਨਾਂ ਦੀ ਪਤਨੀ ਨੇ ਦਰਸ਼ਨ ਕੀਤੇ, ਅੱਖਾਂ ਭਰ ਰਹੀਆਂ, ਮਹਾਰਾਜ ਜੀ ਸਾਡੇ ਘਰ ਤੇ ਆਏ ਪਰ ਕਿਹੜੇ ਰੂਪ ਵਿੱਚ ਆਏ? ਕਹਿੰਦੇ ਸਾਰੀ ਰਾਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਤੇ ਕੱਪੜੇ ਦੀ ਚੋਰ ਬਣਾ ਕੇ ਦੋਵੇਂ ਜੀ ਕਰਦੇ ਰਹੇ ਸਨ। ਮਹਾਰਾਜ ਜੀ ਤੁਸੀਂ ਸਾਡੇ ਘਰ ਤੇ ਆਏ ਪਰ ਕਿਹੜੇ ਰੂਪ ਦੇ ਵਿੱਚ ਆਏ? ਔਰ ਇਹ ਗੱਲ ਸੱਚ ਹੈ, ਤੇਗ ਬਹਾਦਰ ਸਿਮਰਿਆ ਕਰ ਨਉ ਨਿਧਾਵੈ, ਧਾਏ ਸਭ ਥਾਈ ਹੋਏ ਸਹਾਏ। ਗੁਰੂ ਸਾਹਿਬ ਦਾ ਸੀਸ ਵੀ ਰਹਿਮਤਾਂ ਬਖਸ਼ਿਸ਼ਾਂ ਵਰਤਾਂਦਾ ਹੀ ਜਾ ਰਿਹਾ ਹੈ। ਤਾਂ ਭਾਈ ਜੈਤਾ ਜੀ ਫਿਰ ਇੱਥੋਂ ਅਨੰਦਪੁਰ ਸਾਹਿਬ ਜਾਂਦੇ ਨੇ। ਜਦੋਂ ਕੀਰਤਪੁਰ ਸਾਹਿਬ ਗਏ, ਸੀਸ ਨੂੰ ਪਾਲਕੀ ਵਿੱਚ ਰੱਖਿਆ ਗਿਆ। ਉਸ ਪਾਲਕੀ ਨੂੰ ਮਾਤਾ ਨਾਨਕੀ ਜੀ ਮੋਢਾ ਲਾ ਕੇ ਅਨੰਦਪੁਰ ਸਾਹਿਬ ਲੈ ਕੇ ਜਾਂਦੇ ਨੇ ਤੇ ਅਨੰਦਪੁਰ ਸਾਹਿਬ ਫਿਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੁੰਦਾ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਲਾਸਾਨੀ ਜਿਹੜੀ ਸ਼ਹਾਦਤ ਹੈ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ ਤੇ ਕਰ ਸਕਦੇ ਨੇ ਤੇ ਕਰਦੇ ਨੇ, ਉਹ ਕੋਈ ਹੋਰ ਨਹੀਂ ਕਰ ਸਕਦਾ। ਤਾਂ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਹਿੰਦੂਆਂ ਦੀ ਰੱਖਿਆ ਕੀਤੀ। ਜਦੋਂ ਉਹ ਕਹਿੰਦਾ ਸੀ ਵੀ ਮੈਂ ਕੋਈ ਹਿੰਦੂ ਰਹਿਣ ਨਹੀਂ ਦੇਣਾ, ਔਰੰਗਜ਼ੇਬ ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਕਾ ਇਤਿਹਾਸ ਬੇਅੰਤ ਹੈ, ਅਗਾਧ ਬੋਧ ਹੈ। ਵਿਚਾਰ ਕਰਦਿਆਂ ਆਪ ਜੀ ਨਾਲ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਆਪ ਜੀ ਨੂੰ ਬੇਨਤੀ, ਜੇਕਰ ਆਪ ਜੀ ਇਹ ਕਥਾ YouTube ਤੇ ਸਰਵਣ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਇਹਦੇ ਉੱਤੇ ਰੋਜ਼ਾਨਾ ਅਸੀਂ ਲੜੀਵਾਰ ਵੀ ਜਿਹੜੀ ਕਥਾ ਉਹ ਕਰ ਰਹੇ ਹਾਂ, ਉਹ ਵੀ ਪਾਉਂਦੇ ਹਾਂ। ਔਰ ਜੇਕਰ Facebook ਤੇ ਸਰਵਣ ਕਰ ਰਹੇ ਹੋ ਤਾਂ ਵੀ ਫੋਲੋ ਕਰੋ, ਲਾਈਕ ਕਰੋ, ਤਾਂ ਕਿ ਜਿਵੇਂ ਆਪਾਂ ਕੋਈ ਕਥਾ ਵਿਚਾਰ ਪਾਈਏ ਉਹ ਆਪ ਜੀ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।